ਸਭ ਤੋਂ ਵੱਡੀ ਗੱਲ ਹੈ ਕਿ ਵਿਦਆਊਟ ਆਇਲਸ ਵੀ ਯੂਐਸ ਤੁਹਾਨੂੰ ਮੌਕਾ ਦੇ ਰਿਹਾ ਹੈਗਾ। ਸਰ ਇੰਟਰਵਿਊ ਆਂਦੀ ਉਹਦੀ ਤਿਆਰੀ ਲੈਂਡਮਾਰਕ ਇਮੀਗ੍ਰੇਸ਼ਨ ਕਰਵਾਉਂਦਾ ਹੈ ਬੱਚਿਆਂ ਨੂੰ। ਤਾਂ ਜਿਹੜੀ ਪ੍ਰੀਪਰੇਸ਼ਨ ਹੈ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਕਰਵਾਈ ਜਾਂਦੀ ਹੈ। ਕੀ ਯੂਐਸ ਸਾਨੂੰ ਪੀਆਰ ਦੇਗਾ? ਕੀ ਅਸੀਂ ਉੱਥੇ ਸੈਟਲ ਹੋ ਪਾਵਾਂਗੇ? ਕਿਤੇ ਇਹ ਨਾ ਹੋਵੇ ਕਿ 2 3 4 ਸਾਲ ਬਾਅਦ ਸਾਨੂੰ ਵਾਪਸ ਆਣਾ ਪਏ। Settlement USA ਚ ਇਦਾਂ ਹੈ ਕਿ first of all you will complete your studies which is bachelor's or master's। ਇਹ ਤਾਂ ਗੱਲ ਸੀਗੀ ਜਰਮਨੀ। ਇਸ ਤੋਂ ਇਲਾਵਾ ਇਹ ਵੀ ਕਲੀਅਰ ਕਰ ਦਿੱਤਾ ਗਿਆ ਕਿ ਕਿਤੇ ਨਾ ਕਿਤੇ ਡਿਲੇ ਹੋ ਰਿਹਾ ਜੇਕਰ ਤੁਹਾਡੀ ਫਾਈਲ ਦੇ ਵਿੱਚ, ਸੋ ਦੁਬਾਰਾ ਰੀਅਪਲਾਈ ਕਰ ਸਕਦੇ ਹੋ ਜੇਕਰ ਜ਼ਿਆਦਾ ਹੀ ਕੁਝ ਡਿਲੇ ਹੋ ਗਿਆ ਹੈਗਾ ਆ। ਅਦਰਵਾਈਜ਼ 2 ਮਹੀਨੇ ਦਾ ਹੋ ਗਿਆ, 3 ਮਹੀਨੇ ਹੋ ਗਿਆ, ਕਿਤੇ ਨਾ ਕਿਤੇ ਥੋੜੀ ਬਹੁਤ ਵੇਟ ਕਰ ਲਓ। ਆਪਣੇ ਜਿਹੜਾ ਵੀ ਤੁਸੀਂ ਕੰਪਨੀ ਚੂਜ਼ ਕੀਤੀ ਹੈਗੀ ਉਹਨਾਂ ਦੇ ਨਾਲ ਗੱਲਬਾਤ ਕਰੋ, ਬਿਕਾਜ਼ ਕਿਤੇ ਨਾ ਕਿਤੇ ਕੋਵਿਡ ਦੀ ਵਜ੍ਹਾ ਦੇ ਨਾਲ ਵੀ ਥੋੜਾ ਬਹੁਤ ਕਈ ਫਾਈਲਸ ਤੇ ਵੀਜ਼ੇ ਬਹੁਤ ਜਲਦੀ ਆ ਜਾਂਦੇ ਨੇ, ਪਰ ਥੋੜਾ ਬਹੁਤ ਕਈ ਫਾਈਲਸ ਨੂੰ ਸਫਰ ਜਿਹੜਾ ਉਹ ਕਰਨਾ ਹੀ ਪੈਂਦਾ ਹੈਗਾ। ਅਦਰਵਾਈਜ਼ ਹੋਰ ਜਾਣਕਾਰੀ ਚਾਹੁੰਦੇ ਹੋ, ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡਾ ਕੰਸਲਟੈਂਟ ਸਹੀ ਨਹੀਂ ਹੈਗਾ ਤੇ ਤੁਸੀਂ ਕਿਸੇ ਹੋਰ ਚੰਗੇ ਕੰਸਲਟੈਂਟ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਅੱਜ ਕੱਲ੍ਹ ਨੌਲੇਜ ਪੂਰੀ ਹੈਗੀ ਹੈ ਤੁਹਾਨੂੰ। ਸੋ ਸਰ ਯੂਐਸ ਦੀ ਗੱਲ ਕਰਨਾ ਚਾਹਾਂਗੀ। ਯੂਐਸ ਹੁਣ ਦੁਬਾਰਾ ਤੋਂ ਇੱਕ ਵਾਰ ਫਿਰ ਤੋਂ ਐਡਸ ਆਉਣੀ ਸ਼ੁਰੂ ਹੋ ਗਈ ਆ। ਬੱਚਿਆਂ ਨੇ ਅਪਲਾਈ, ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ ਬੱਚੇ ਹੁਣ ਅਪਲਾਈ ਕਰਨ ਦਾ ਸੋਚ ਰਹੇ ਨੇ ਯੂਐਸ ਦੇ ਵਿੱਚ? ਸੋ ਯੂਐਸ ਦੀ ਯੂਨੀਵਰਸਿਟੀਜ਼ ਵਿੱਚ ਮੇਰੀ ਗੱਲ ਚੱਲ ਰਹੀ ਸੀ ਐਂਡ ਦੇयर ਇਜ਼ ਐਨ ਇਨਕਰੀਜ਼ ਆਫ 500% ਓਕੇ ਸਟੂਡੈਂਟ। ਸੋ ਜਿੱਥੇ 100% ਵੀ ਨਹੀਂ ਬੱਚਾ ਅਪਲਾਈ ਕਰਦਾ ਸੀ, ਵਿੱਚ 500% ਇਨਕਰੀਜ਼ ਹੈ ਜਿਹੜੇ ਬੱਚੇ ਯੂਐਸਏ ਅਪਲਾਈ ਕਰ ਰਹੇ ਹਨ। ਐਂਡ ਵੀਜ਼ਾ ਸਕਸੈਸ ਰੇਟ ਵੀ ਬਹੁਤ ਜ਼ਿਆਦਾ ਵੱਧ ਗਿਆ ਇਸ ਟਾਈਮ ਤੇ। ਯੂਐਸਏ ਤੋਂ ਜਿਹੜਾ ਵੀਜ਼ਾਜ਼ ਹੈ ਉਹ ਬਹੁਤ ਜ਼ਿਆਦਾ ਕੀ ਕਹਿੰਦੇ ਇਸ ਟਾਈਮ ਤੇ ਆ ਰਹੇ ਨੇ। ਬਟ ਜਿਹੜੀਆਂ BFS ਦੀਆਂ ਅਪੁਆਇੰਟਮੈਂਟਸ ਹੈਗੀਆਂ, ਯੂਐਸਏ ਦੀਆਂ ਅਪੁਆਇੰਟਮੈਂਟਸ ਹੈ ਉਹ ਦੇ ਆਰ ਹਾਰਡ ਟੂ ਕਮ। ਸੋ ਯੂਐਸਏ ਤੁਸੀਂ ਆਈਲੈਟਸ ਕੀਤੀ ਹੈ, ਨਹੀਂ ਕੀਤੀ ਹੈ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। US ਇਜ਼ ਅ ਗ੍ਰੇਟ ਡੈਸਟੀਨੇਸ਼ਨ, ਜਿਹਨੂੰ ਕਹਿੰਦੇ ਕਿ ਅਸੀਂ ਸਭ ਤੋਂ ਜ਼ਿਆਦਾ ਬੱਚਾ ਜੇ ਕਿਸੇ ਕੰਟਰੀ 'ਚ ਪੜ੍ਹਨ ਜਾਂਦਾ ਤਾਂ ਯੂਨਾਈਟਿਡ ਸਟੇਟ ਆਫ ਅਮੈਰੀਕਾ 'ਚ 50 ਸਟੇਟਸ ਹੈ। USA 'ਚ ਇਟ ਇਜ਼ ਅ ਫੁਲੀ ਡਿਵੈਲਪਡ ਕੰਟਰੀ ਜਿਹਦੀ ਆਬਾਦੀ ਇਜ਼ ਆਲਮੋਸਟ 32 ਕਰੋੜਸ। ਸੋ ਜੇ ਅਸੀਂ ਕੈਨੇਡਾ ਔਰ USA ਦੇ ਸਾਈਜ਼ ਨੂੰ ਗੱਲ ਕਰੀਏ ਤਾਂ USA ਔਰ ਕੈਨੇਡਾ ਦਾ ਸਾਈਜ਼ ਆਲਮੋਸਟ ਸੇਮ ਹੈ। ਸ਼ਾਇਦ ਕੈਨੇਡਾ ਥੋੜਾ ਵੱਡਾ ਹੀ ਹੋਣਾ ਹੈ, ਬਟ ਕੈਨੇਡਾ ਦੀ ਆਬਾਦੀ 3.5 ਕਰੋੜ ਦੀ ਔਰ USA ਦੀ ਆਬਾਦੀ 32 ਕਰੋੜ ਦੀ ਹੈ। ਤਾਂ ਹੀ ਕਰਕੇ PR ਲੈਣੀ USA 'ਚ ਥੋੜੀ ਜਿਹੀ ਡਿਫਿਕਲਟ ਹੋ ਜਾਂਦੀ ਹੈ। ਸੋ ਸਟੂਡੈਂਟਸ, ਜੇ ਤੁਸੀਂ USA ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਸਾਨੂੰ ਬਿਲਕੁਲ ਇੱਕ ਮਨ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ, ਬਿਕੋਜ਼ ਜਿਹੜੀਆਂ ਜੌਬ ਓਪਰਚੁਨਿਟੀਜ਼ USA 'ਚ ਹੈਗੀਆਂ ਉਹ ਬਹੁਤ ਹੀ ਜ਼ਿਆਦਾ ਵਧੀਆ। ਸੋ ਸਟੂਡੈਂਟ, ਜੇ ਤੁਸੀਂ ਐਂਟਰੀ ਰਿਕੁਆਇਰਮੈਂਟਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਵਿਦਆਊਟ ਆਈਲੈਟਸ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ, ਤੁਸੀਂ ਅਪਲਾਈ ਕਰ ਸਕਦੇ ਹੋ। ਅਫੋਰਡੇਬਲ ਯੂਨੀਵਰਸਿਟੀਜ਼ ਆਰ ਆਲਸੋ ਦੇਅਰ। ਸੋ ਟਿਊਸ਼ਨ ਫੀਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਟਿਊਸ਼ਨ ਫੀਸ 7 ਲੱਖ ਰੁਪਏ ਸਾਲ ਤੋਂ ਸ਼ੁਰੂ ਹੋ ਜਾਂਦੀ ਹੈ। ਦੇਰ ਆਰ ਕਮਿਊਨਿਟੀ ਕਾਲਜਿਸ, ਦੇਰ ਆਰ ਪਬਲਿਕ ਕਾਲਜਿਸ, ਦੇਰ ਆਰ ਪ੍ਰਾਈਵੇਟ ਕਾਲਜਿਸ ਐਂਡ ਦੇਰ ਆਰ ਪਬਲਿਕ ਯੂਨੀਵਰਸਿਟੀਜ਼ ਐਂਡ ਪ੍ਰਾਈਵੇਟ ਯੂਨੀਵਰਸਿਟੀਜ਼। ਸੋ USA 'ਚ ਇੱਕ ਚੀਜ਼ ਹੁੰਦੀ ਹੈ ਕਿ ਆਫਰ ਲੈਟਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਇਟਸ ਕਾਲਡ ਐਨ I-20। ਸੋ USA ਦਾ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਯੂ ਪੁੱਟ ਅਪ ਆਲ ਯੋਰ ਡਾਕੂਮੈਂਟਸ, ਜਿਹਨੂੰ ਕਹਿੰਦੇ ਆ 10th 12th and passport, but you need financial documents for I-20. So I-20 is kind of a document which is issued from a US government website, ਜਿਹਦੇ ਤੇ ਤੁਹਾਡਾ SEVIS ਨੰਬਰ ਲਿਖਿਆ ਹੁੰਦਾ ਹੈ, Student Exchange Visitor Information System। ਸੋ ਸਟੂਡੈਂਟਸ, ਜਦੋਂ SEVIS ਨੰਬਰ ਆਉਂਦਾ ਤੁਹਾਨੂੰ SEVIS ਫੀਸ ਪੇ ਕਰਨੀ ਪੈਂਦੀ ਹੈ, ਵਿਚ ਇਜ਼ ਵਨ ਟਾਈਮ ਫੀਸ $350। ਉਸ ਤੋਂ ਬਿਨਾਂ ਤੁਸੀਂ ਇੰਟਰਵਿਊ ਨਹੀਂ ਲੈ ਸਕਦੇ ਐਂਡ ਇਟ ਇਜ਼ ਕੰਪਲਸਰੀ ਫॉर ਆਲ ਦ ਸਟੂਡੈਂਟਸ ਟੂ ਪੇ SEVIS ਫੀਸ, ਐਮਬੈਸੀ ਫੀਸ, I-20 ਫੀਸ ਐਂਡ ਦੈਨ ਯੂ ਵਿਲ ਗੈਟ ਯੋਰ ਇੰਟਰਵਿਊ ਅਪੁਆਇੰਟਮੈਂਟ। ਸੋ ਇਹ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਹਰ ਸਟੂਡੈਂਟ ਨੂੰ ਫੋਲੋ ਕਰਨੀਆਂ ਪੈਂਦੀਆਂ। USA ਦੀ ਇੰਟਰਵਿਊ ਤਿਆਰੀ ਲੈਂਡਮਾਰਕ ਇਮੀਗ੍ਰੇਸ਼ਨ ਫ੍ਰੀ ਆਫ ਕਾਸਟ ਕਰਾਉਂਦਾ ਹੈ। ਜਦੋਂ ਤੁਸੀਂ ਸਾਡੇ ਕੋਲ ਆਪਣਾ ਵੀਜ਼ਾ ਅਪਲਾਈ ਕਰਦੇ ਹੋ USA ਤੇ ਇੰਟਰਵਿਊ ਬਾਰੇ ਗਾਈਡ ਕੀਤਾ ਜਾਂਦਾ ਹੈ। ਔਰ ਸਟੂਡੈਂਟਸ ਨੂੰ ਜਦੋਂ ਇੰਟਰਵਿਊ ਦੇਣ ਜਾਣਾ ਹੈ ਤਾਂ ਬਹੁਤ ਜ਼ਿਆਦਾ ਕੌਨਫੀਡੈਂਸ ਨਾਲ ਜਾਣਾ ਚਾਹੀਦਾ ਹੈ ਐਂਡ ਦੇ ਸ਼ੁਡ ਆਨਸਰ ਦ ਕੁਐਸਚਨਸ ਵੈਰੀ ਕੌਨਫੀਡੈਂਟਲੀ ਇਫ ਯੂ ਲੁਕਿੰਗ ਫਾਰਵਰਡ ਟੂ ਗੈਟਿੰਗ ਅ USA ਵੀਜ਼ਾ ਅਪਰੂਵਲ। ਸੋ ਬਿਲਕੁਲ ਜੀ। ਸੋ US ਇੱਕ ਵਧੀਆ ਡੈਸਟੀਨੇਸ਼ਨ ਸ਼ੁਰੂ ਤੋਂ ਰਿਹਾ ਹੈਗਾ ਸਾਡੇ ਪੰਜਾਬੀਆਂ ਦੇ ਲਈ। ਹੁਣ ਇੱਕ ਵਾਰ ਫਿਰ ਤੋਂ ਕਿਤੇ ਨਾ ਕਿਤੇ ਮੌਕਾ ਮਿਲਦਾ, ਔਰ ਸਭ ਤੋਂ ਵੱਡੀ ਗੱਲ ਹੈ ਕਿ ਵਿਦਆਊਟ ਆਇਲਸ ਵੀ US ਤੁਹਾਨੂੰ ਮੌਕਾ ਦੇ ਰਿਹਾ ਹੈਗਾ। ਪਰ ਗੱਲ ਕੀ ਹੈ ਕਿ ਇੰਟਰਵਿਊ ਜਿਹੜੀ ਹੈਗੀ ਆ ਉਸ ਨੂੰ ਕਰੈਕ ਕਰਨਾ ਪਏਗਾ। ਇੰਟਰਵਿਊ ਵੀ ਹਮੇਸ਼ਾ ਸਰ ਨੇ ਵੀ ਦੱਸਿਆ, ਅਸੀਂ ਵੀ ਦੱਸ ਦਿੰਦੇ ਹੁੰਦੇ ਹਾਂ ਕਿ ਕੋਈ ਬਹੁਤ ਟਫ ਨਹੀਂ ਹੈਗੀ, ਹੋਊਗਾ ਨਾ ਸਮਝੋ। ਬਾਕੀ ਸਰ ਇੰਟਰਵਿਊ ਆਉਂਦੀ ਉਹਦੀ ਤਿਆਰੀ ਲੈਂਡਮਾਰਕ ਇਮੀਗ੍ਰੇਸ਼ਨ ਕਰਵਾਉਂਦਾ ਹੈ ਬੱਚਿਆਂ ਨੂੰ। ਬਿਲਕੁਲ, ਮੈਂ ਦੱਸਿਆ ਕਿ ਕੋਈ ਵੀ ਸਟੂਡੈਂਟ ਜਦੋਂ USA ਦੀ ਸਾਡੇ ਕੋਲ
ਆਪਣਾ ਕੇਸ ਅਪਲਾਈ ਕਰਦਾ ਤਾਂ ਜਿਹੜੀ ਇੰਟਰਵਿਊ ਪ੍ਰੀਪਰੇਸ਼ਨ ਹੈ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਕਰਵਾਈ ਜਾਂਦੀ ਹੈ। ਬਟ ਜਿਹੜੇ ਕੁਐਸਚਨਸ ਦਾ ਸਟੂਡੈਂਟਸ ਨੂੰ ਖਿਆਲ ਰੱਖਣਾ ਚਾਹੀਦਾ ਜਾਂ ਮਿਸ ਨਹੀਂ ਕਰ ਸਕਦੇ ਹੋਏ ਹੈ ਕਿ ਕਾਲਜ ਯੂਨੀਵਰਸਿਟੀ ਬਾਰੇ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਜਿਹੜੇ ਕਾਲਜ 'ਚ ਤੁਸੀਂ ਪੜ੍ਹਨ ਜਾ ਰਹੇ ਹੋ, ਜਿਹੜੇ ਸ਼ਹਿਰ 'ਚ ਪੜ੍ਹਨ ਜਾ ਰਹੇ ਹੋ, ਉਹਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਕਿਹਦੇ ਲੱਗੇ ਆ ਉਹਦੇ ਬਾਰੇ ਤੁਹਾਨੂੰ ਕੌਨਫੀਡੈਂਸ ਹੋਣਾ ਚਾਹੀਦਾ ਹੈ। ਕੋਈ ਵੀ ਗਲਤ ਡਾਕੂਮੈਂਟ ਤੁਸੀਂ ਨਹੀਂ ਪੁੱਟ ਅਪ ਕਰ ਸਕਦੇ ਬਿਕੋਜ਼ ਦੈਨ US ਐਮਬੈਸੀ ਵਿਲ ਟੇਕ ਵੈਰੀ ਸਟ੍ਰਿਕਟ ਸਟੈਪ ਅਗੇਂਸਟ ਯੂ। ਐਂਡ ਜੇ ਅਸੀਂ ਗੱਲ ਕਰੀਏ ਕਿ ਤੁਹਾਨੂੰ ਕੀ ਕਹਿੰਦੇ, ਜਦੋਂ ਤੁਸੀਂ ਇੰਟਰਵਿਊ ਤੇ ਜਾਂਦੇ ਹੋ ਯੂ ਸ਼ੁੱਡ ਡਰੈਸ ਅਪ ਵੈਰੀ ਨਾਈਸਲੀ ਐਂਡ ਯੂ ਸ਼ੁੱਡ ਬੀ ਵੈਰੀ ਪ੍ਰੈਜ਼ੈਂਟੇਬਲ। ਐਂਡ ਤੁਸੀਂ ਜਿਹਨੂੰ ਕਹੋ ਕਿ ਆਪਾਂ ਬਿਲਕੁਲ ਚੌਕੰਨੇ ਹੋ ਕੇ ਇੰਟਰਵਿਊ ਦੇਣੀ ਹੈ ਬਿਕੋਜ਼ ਸਪੋਜ਼ ਵੀਜ਼ਾ ਆਫਿਸਰ ਤੁਹਾਨੂੰ ਕੋਈ ਕੁਐਸਚਨ ਪੁੱਛਦਾ, ਤੁਸੀਂ ਕਹਿੰਦੇ ਯੈਸ ਵਾਟ ਆਈ ਡਿਡ ਨਾਟ ਅੰਡਰਸਟੂਡ ਯਰ ਕੁਐਸਚਨ, ਔਰ ਦੁਬਾਰਾ ਪੁੱਛਦਾ ਦੈਨ ਆਲਸੋ ਯੂ ਗੈਟ ਨਰਵਸ, ਤਾਂ ਉਹ ਰਿਫਿਊਜ਼ਲ ਦੇ ਕਾਰਨ ਬਣ ਜਾਂਦੇ ਆ। ਸੋ ਜੋ ਤੁਸੀਂ ਪੜ੍ਹਾਈ ਕੀਤੀ ਹੈ, ਜੋ ਕਿਉਂ ਕੀਤੀ ਹੈ ਔਰ ਕਿਹੜਾ ਕੋਰਸ ਤੁਸੀਂ ਲਿਆ ਇਹਦੇ ਬਾਰੇ ਵੀ ਤੁਸੀਂ ਕੌਨਫੀਡੈਂਟ ਹੋਣੇ ਬਹੁਤ ਜ਼ਿਆਦਾ ਜ਼ਰੂਰੀ। ਔਰ ਇੰਗਲਿਸ਼ 'ਚ ਇੰਟਰਵਿਊ ਦੇਣੀ ਪੈਂਦੀ ਹੈ ਵਿਚ ਇਜ਼ ਲਾਈਕ ਯੂ ਹੈਵ ਟੂ ਅਪੀਅਰ ਫॉर ਇੰਟਰਵਿਊ ਬਿਕੋਜ਼ ਜਿਹੜੀ ਤੁਹਾਡੀ ਇੱਥੇ ਪੜ੍ਹਾਈ ਹੋਣ ਵਾਲੀ ਹੈ ਉਹ ਵੀ ਇੰਗਲਿਸ਼ 'ਚ ਹੋਣ ਵਾਲੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਜੀ। ਸਰ ਇੱਕ ਸਵਾਲ ਆ ਜਾਂਦਾ ਕਿ ਬੱਚੇ, ਸਾਨੂੰ ਵੀ ਪਤਾ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਫਰਸਟ ਪ੍ਰੈਫਰੈਂਸ ਹੁੰਦੀ ਕੈਨੇਡਾ, ਠੀਕ ਹੈ, ਔਰ ਪਰ ਇਹੀ ਕਿਤੇ ਨਾ ਕਿਤੇ ਇਹ ਚੀਜ਼ ਹੁੰਦੀ ਹੈ ਕਿ ਇੱਕ ਤਾਂ ਕੈਨੇਡਾ ਵੀਜ਼ਾ ਈਜ਼ੀ ਦੇ ਦੇਗਾ, ਦੂਜੀ ਗੱਲ ਕਿ PR ਈਜ਼ੀ ਹੋ ਜਾਂਦੀ ਸੈਟਲਮੈਂਟ। ਜਦੋਂ ਆਪਾਂ UK US ਦੀ ਗੱਲ ਕਰਦੇ, ਹੁਣ US ਨਵਾਂ ਖੁੱਲਿਆ ਹੈਗਾ ਤੇ ਬੱਚਿਆਂ ਨੂੰ ਡਰ ਹੈ ਹੁਣ ਇੱਕ ਵਾਰ ਫਿਰ ਤੋਂ ਕਿ ਚਲੋ ਚਲੇ ਤਾਂ ਜਾਵਾਂਗੇ, ਕੀ US ਸਾਨੂੰ PR ਦੇਗਾ, ਕੀ ਅਸੀਂ ਉੱਥੇ ਸੈਟਲ ਹੋ ਪਾਵਾਂਗੇ, ਕਿਤੇ ਇਹ ਨਾ ਹੋਵੇ ਕਿ 2 3 4 ਸਾਲ ਬਾਅਦ ਸਾਨੂੰ ਵਾਪਸ ਆਉਣਾ ਪਏ। See, settlement USA च इदा है कि first of all you will complete your studies which is bachelor's or master's. Second of all, if you've done your studies under science, technology, engineering or mathematics, then you will get 2 years visa extension. You have to do specialization in these 4 fields only, or else you have to get a job. Or normally USA ਦਾ ਜਿਹੜਾ ਵੀਜ਼ਾ ਹੁੰਦਾ 5 ਸਾਲ ਦਾ ਵੀਜ਼ਾ ਹੁੰਦਾ, ਬਟ ਆਫਟਰ ਯੂ ਕੰਪਲੀਟ ਯੋਰ ਸਟੱਡੀਜ਼, ਜਿਵੇਂ ਸਪੋਜ਼ ਕਿ ਤੁਸੀਂ ਚਾਹੇ 2 ਸਾਲ ਦੀ ਮਾਸਟਰਸ ਕਰ ਲਈ, ਯੂ ਕੈਨ ਨਾਟ ਸਟੇ ਇਨ ਦੈਟ 5 year ਵੀਜ਼ਾ, ਯੋਰ ਸਰਵਿਸ ਨੰਬਰ ਵਿਲ ਗੈਟ ਇਨਐਕਟਿਵ ਐਂਡ ਯੂ ਵਿਲ ਬਿਕਮ ਇਲੀਗਲ। ਸੋ ਸਟੂਡੈਂਟਸ, ਐਂਡ ਯੂ ਹੈਵ ਟੂ ਅਪਲਾਈ ਫॉर STEM ਐਕਸਟੈਂਸ਼ਨ, ਕਿ ਤੁਸੀਂ STEM ਦੇ ਵਿੱਚ ਪੜ੍ਹਾਈ ਕੀਤੀ ਹੈ ਤਾਂ 2 ਸਾਲ ਦੀ ਵੀਜ਼ਾ ਐਕਸਟੈਂਸ਼ਨ ਮਿਲਦੀ ਹੈ। ਉਸ ਦੇ ਦੌਰਾਨ ਤੁਸੀਂ ਕੀ ਕਹਿੰਦੇ ਆ ਆਪਣੇ ਲਈ ਜੌਬ ਲੱਗ ਸਕਦੇ ਹੋ ਔਰ H1B ਵੀਜ਼ਾ ਦੇ ਅੰਡਰ USA 'ਚ ਰਹਿ ਸਕਦੇ ਹੋ। ਐਂਡ ਜਿਵੇਂ ਕਹੀਏ ਕਿ ਜੌਬ ਕਰਨ ਤੋਂ ਕਾਫੀ ਸਾਲਾਂ ਬਾਅਦ ਤੁਸੀਂ ਆਪਣੀ PR ਅਪਲਾਈ ਕਰ ਸਕਦੇ ਹੋ। ਸੋ USA ਦਾ ਜਿਹੜਾ PR ਪ੍ਰੋਸੀਜਰ ਹੈ ਉਹ ਥੋੜਾ ਜਿਹਾ ਡਿਫਿਕਲਟ ਜ਼ਰੂਰ ਹੈ ਬਿਕੋਜ਼ USA ਬਹੁਤ ਸਾਰੇ ਲੋਕਾਂ ਦੀ ਪ੍ਰੈਫਰਡ ਡੈਸਟੀਨੇਸ਼ਨ ਹੈ ਐਂਡ ਬਹੁਤ ਸਾਰੇ ਲੋਕ USA ਜਾਣਾ ਚਾਹੁੰਦੇ ਨੇ ਐਂਡ USA ਜਾ ਕੇ ਸੈਟਲ ਹੋਣਾ ਚਾਹੁੰਦੇ ਨੇ। ਸੋ ਮੇਰੀ ਸਾਰੇ ਹੀ ਸਟੂਡੈਂਟਸ ਨੂੰ ਐਡਵਾਈਸ ਹੈਗੀ ਹੈ ਕਿ USA ਇਜ਼ ਅ ਗ੍ਰੇਟ ਡੈਸਟੀਨੇਸ਼ਨ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ। ਬਿਲਕੁਲ। ਅੱਛਾ ਸਰ, ਹੁਣ ਆਪਾਂ ਲਾਸਟ ਦੇ ਵਿੱਚ UK ਬਾਰੇ ਇਨਫੋਰਮੇਸ਼ਨ ਦੇ ਦਿੰਦੇ ਆ ਬੱਚਿਆਂ ਨੂੰ। UK ਦੀ ਹੁਣ ਕੀ ਸਿਚੁਏਸ਼ਨ ਹੈ, ਕਿੱਦਾਂ ਦਾ ਬੱਚਾ ਜਿਹੜਾ ਹੈਗਾ ਉਹ ਅਪਲਾਈ ਕਰੇ, ਕੀ ਰੂਲ ਰੈਗੂਲੇਸ਼ਨ ਨੇ UK ਦੇ? So UK ਹੁਣ ਮਈ ਇਨਟੇਕ ਔਰ ਸਤੰਬਰ ਇਨਟੇਕ ਓਪਨ ਹੈ, ਬਟ ਮਈ ਇਨਟੇਕ ਇਜ਼ ਓਨਲੀ ਓਪਨ ਫॉर ਪੋਸਟ ਗ੍ਰੈਜੂਏਟ ਸਟੂਡੈਂਟਸ। ਸੋ ਜੇ ਅਸੀਂ ਗੱਲ ਕਰਦੇ ਹਾਂ ਤਾਂ ਅੰਡਰ ਗ੍ਰੈਜੂਏਟ ਵਾਸਤੇ ਮਈ ਇਨਟੇਕ ਲਈ ਕੋਈ ਜ਼ਿਆਦਾ ਆਪਸ਼ਨਸ ਨਹੀਂ ਹੈਗੀਆਂ, but September intake is open for undergraduate students, undergraduate as well as postgraduate. So undergraduate ਦੇ ਅਸੀਂ ਕੈਸ ਲੈਟਰ ਦੀ ਗੱਲ ਕਰੀਏ ਤਾਂ April ਵਿੱਚ ਇਸ਼ੂ ਹੋਣੀਆਂ ਸਟਾਰਟ ਹੋਣਗੀਆਂ for September intake. ਸੋ ਇਹ ਥੋੜਾ ਜਿਹਾ ਗੈਪ ਆ ਜਾਂਦਾ ਅੰਡਰਗ੍ਰੈਜੂਏਟ ਵਾਲੇ ਸਟੂਡੈਂਟਸ ਲਈ, ਬਟ ਜੇ ਤੁਸੀਂ ਹੁਣ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਹੋ for September intake, yes universities are giving. ਅੰਡਰ ਗ੍ਰੈਜੂਏਟ ਹੋ ਤਾਂ ਓਵਰਆਲ 6 ਬੈਂਡ ਦੇ ਨਾਲ ਡਾਇਰੈਕਟ ਐਂਟਰੀ ਐਡਮਿਸ਼ਨ ਲੈ ਸਕਦੇ ਹੋ। ਪੋਸਟ ਗ੍ਰੈਜੂਏਟ ਹੋ ਤਾਂ 6.5 ਬੈਂਡ, no ਬੈਂਡ ਲੈਸ ਦੈਨ 6 ਦੇ ਨਾਲ ਐਡਮਿਸ਼ਨ ਲੈ ਸਕਦੇ ਹੋ। ਪੋਸਟ ਗ੍ਰੈਜੂਏਟ ਕੋਰਸਿਸ 'ਚ ਜੇ ਅਪਲਾਈ ਕਰਦੇ ਹੋ ਤਾਂ MOI ਵੀ ਕੁਝ ਯੂਨੀਵਰਸਿਟੀਜ਼ ਐਕਸੈਪਟ ਕਰ ਰਹੀਆਂ, ਮੀਡੀਅਮ ਆਫ ਇੰਸਟਰਕਸ਼ਨ ਲੈਟਰ, ਜੇ ਤੁਹਾਡੇ ਇੰਗਲਿਸ਼ 'ਚ 65% ਤੋਂ ਨੰਬਰ ਜ਼ਿਆਦਾ ਹੈ। ਪਲੱਸ 2 'ਚੋਂ ਵੀ ਜੇ ਤੁਹਾਡੇ ਇੰਗਲਿਸ਼ 'ਚ 70% ਤੋਂ ਨੰਬਰ ਜ਼ਿਆਦਾ ਹੈ ਤਾਂ ਕੁਝ ਯੂਨੀਵਰਸਿਟੀਜ਼ IELTS ਦਾ ਵੇਵਰ ਵੀ ਦੇ ਰਹੀਆਂ। 28 ਦਿਨ ਪੁਰਾਣੇ ਫੰਡ ਚਾਹੀਦੇ ਆ ਜਦੋਂ ਤੁਸੀਂ UK ਦਾ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ। ਲੈਂਡਮਾਰਕ ਇਮੀਗ੍ਰੇਸ਼ਨ ਦੀ ਪ੍ਰੋਸੈਸਿੰਗ ਫੀਸ ਨਿਲ ਹੈ ਜੇ ਤੁਸੀਂ IELTS ਕੀਤੀ ਹੋਈ ਹੈ। ਵੀ ਆਰ ਨਾਟ ਚਾਰਜਿੰਗ ਯੂ ਐਨੀ ਪ੍ਰੋਸੈਸਿੰਗ ਫੀਸ। ਸੋ UK ਇੱਕ ਗ੍ਰੇਟ ਡੈਸਟੀਨੇਸ਼ਨ ਹੈ ਕਿਉਂਕਿ ਅੱਜ ਦੀ ਡੇਟ 'ਚ UK ਨੇ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣੇ ਸ਼ੁਰੂ ਕਰਤੇ ਹੈ। ਸੋ ਉਹਦੇ ਲਈ ਵੀ ਤੁਹਾਨੂੰ ਬੈਚਲਰਸ ਜਾਂ ਮਾਸਟਰਸ ਕਰਨੀ ਪਏਗੀ ਜੇ ਤੁਸੀਂ UK 'ਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ। ਸੋ ਕਿਸੇ ਵੀ ਕੰਟਰੀ ਦਾ ਜੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਚਾਹੇ UK, USA, ਜਰਮਨੀ, ਕੈਨੇਡਾ, ਆਸਟ੍ਰੇਲੀਆ, ਸਿੰਗਾਪੁਰ, ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੀਅਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ
ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਮੋਗਾ, ਮੋਹਾਲੀ ਜਾਂ ਵਡੋਦਰਾ, ਜੰਮੂ ਐਂਡ ਜਾਂ ਫਿਰ ਸਾਨੂੰ ਕਾਲ ਕਰ ਸਕਦੇ ਹੋ 90413 90412 ਲਈ ਜਾਂ info@landmarkimmigration.com ਤੇ ਈਮੇਲ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ। ਧੰਨਵਾਦ। ਸੋ ਬਿਲਕੁਲ ਜੀ, ਜਾਣਕਾਰੀ ਅੱਜ ਤੁਸੀਂ ਧਿਆਨ ਦੇ ਨਾਲ ਆਈ ਹੋਪ ਸ਼ੋ ਸੁਣਿਆ ਹੋਏਗਾ, ਕਿਉਂਕਿ ਤੁਹਾਡੇ ਲਈ ਇਹ ਸ਼ੋ ਸੀਗਾ, ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇ, ਤੁਸੀਂ ਕਿਸੇ ਧੋਖੇ ਦਾ ਸ਼ਿਕਾਰ ਨਾ ਹੋਵੋ। ਇਸੇ ਕਰਕੇ ਸਾਡੇ ਐਕਸਪਰਟ ਜਿਹੜੇ ਉਹ ਵੀ ਟਾਈਮ ਕੱਢਦੇ ਨੇ, ਅਸੀਂ ਵੀ ਤੁਹਾਡੇ ਲਈ ਸ਼ੋਜ਼ ਲੈ ਕੇ ਆਉਂਦੇ ਹਾਂ। ਬਾਕੀ ਜੀ ਮੈਂ ਲਾਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਦੱਸ ਦੇਵਾਂ ਕਿ ਸੈਮੀਨਾਰਸ ਹੋਣ ਜਾ ਰਹੇ ਹੈਗੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ। 10 ਨੂੰ ਅੰਮ੍ਰਿਤਸਰ ਦੇ ਵਿੱਚ ਹੋਏਗਾ, 11 ਨੂੰ ਜਲੰਧਰ ਦੇ ਵਿੱਚ ਤੇ 12 ਨੂੰ ਲੁਧਿਆਣਾ ਦੇ ਵਿੱਚ। ਜ਼ਰੂਰ ਕੋਸ਼ਿਸ਼ ਕਰੋ ਕਿ ਅਸੀਂ ਅਟੈਂਡ ਕਰੀਏ। ਲੈਂਡਮਾਰਕ ਇਮੀਗ੍ਰੇਸ਼ਨ ਦਾ ਫੇਸਬੁੱਕ ਪੇਜ, ਜੇਕਰ ਤੁਸੀਂ ਕੋਈ ਜਾਣਕਾਰੀ ਮਿਸ ਕਰ ਦਿੰਦੇ ਹੋ, YouTube ਚੈਨਲ ਉਸ ਨੂੰ ਜਾ ਕੇ ਸਬਸਕ੍ਰਾਈਬ ਕਰੋ। ਤੇ ਹੁਣ ਜਾਂਦੇ ਜਾਂਦੇ ਉਹ ਸਟੂਡੈਂਟਸ ਜਿਨ੍ਹਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਵੀਜ਼ਾ ਹਾਸਿਲ ਕੀਤੇ ਨੇ, ਉਹਨਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾ ਦਿੰਦੇ।